ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਿਤੀ 29 ਦਸੰਬਰ 2020 ਨੂੰ ਡਾਕਟਰ ਬਲਦੇਵ ਸਿੰਘ ਧਾਲੀਵਾਲ ਅਤੇ ਡਾਕਟਰ ਸੁਖਪ੍ਰੀਤ ਕੌਰ ਵੱਲੋਂ ਸੰਪਾਦਿਤ ਪੁਸਤਕ ਬਹੁ ਸੱਭਿਆਚਾਰਵਾਦ ਅਤੇ ਪੰਜਾਬੀ ਸਾਹਿਤ ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬਹੁ ਸੱਭਿਆਚਾਰਵਾਦ ਦੇ ਸੰਕਲਪ ਦੀ ਅਹਿਮੀਅਤ ਅਤੇ ਸਾਹਿਤ ਵਿੱਚ ਇਸ ਦੀ ਮਹੱਤਤਾ ਬਾਬਤ ਵਿਚਾਰਾਂ ਹੋਈਆਂ। ਇਸ ਸਮਾਗਮ ਵਿੱਚ ਡਾਕਟਰ ਗੁਰਮੁਖ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਡਾਕਟਰ ਗੁਰਮੁਖ ਸਿੰਘ ਜੀ ਨੇ ਪੁਸਤਕ ਦੀ ਮਹੱਤਤਾ ਬਾਰੇ ਦੱਸਦਿਆਂ ਬਹੁ ਸੱਭਿਆਚਾਰ ਦੇ ਵਰਤਾਰੇ ਅਤੇ ਬਹੁ ਸੱਭਿਆਚਾਰਵਾਦ ਦੇ ਸੰਕਲਪ ਬਾਬਤ ਅਹਿਮ ਗੱਲਾਂ ਕੀਤੀਆਂ। ਆਓ ਸੁਣਦੇ ਹਾਂ ਡਾਕਟਰ ਗੁਰਮੁਖ ਸਿੰਘ ਜੀ ਦੇ ਵਿਚਾਰ। ਮੈਂ ਜਿਹੜੀ ਕਿਤਾਬ ਬਾਰੇ ਜਿਹੜੀ ਗੱਲ ਕਹਿਣੀ ਸੀ ਉਹ ਇੱਕ ਪਹਿਲੀ ਤਾਂ ਇਹੀ ਹੈ ਕਿ ਇਹਦੇ ਵਿੱਚ ਨਵੇਂ ਚਿੰਤਕਾਂ ਦੇ ਨਾਲ ਜਿਹੜੇ ਬਹੁਤ ਪੁਰਾਣੇ ਚਿੰਤਕ ਨੇ, ਬਹੁਤ ਸਮਰੱਥਾਵਾਨ ਨੇ, ਉਹਨਾਂ ਦੇ ਲੇਖ ਨੇ। ਤੁਸੀਂ ਦੋ ਪੀੜ੍ਹੀਆਂ, ਇੱਕ ਬਿਲਕੁਲ ਪਿਛਲੀ ਪੀੜ੍ਹੀ, ਇੱਕ ਬਿਲਕੁਲ ਨਵੀਂ, ਉਹਨਾਂ ਦੇ ਲੇਖ ਦੇਖ ਸਕਦੇ ਹੋ। ਅਤੇ ਨਾਲ ਆਲੋਚਕਾਂ ਅਤੇ ਕਥਾਕਾਰਾਂ ਦੇ ਲੇਖ ਨੇ। ਜਿਵੇਂ ਹੁਣ ਬਲਵਿੰਦਰ ਗਰੇਵਾਲ ਹੋਰਾਂ ਦਾ ਇਹਦੇ ਵਿੱਚ ਆਰਟੀਕਲ ਆ, ਉਹ ਹੁਣ ਕਥਾਕਾਰ ਨੇ। ਇੱਕ ਕਥਾਕਾਰ ਜਦੋਂ ਵਾਰਤਕ ਨੂੰ ਅਪਰੋਚ ਕਰਦਾ ਇਸ ਬਹੁਤ ਸੱਭਿਆਚਾਰਵਾਦ ਦੇ ਨੁਕਤਾ ਨਜ਼ਰ ਤੋਂ, ਤਾਂ ਉਹਦੀ ਭਾਸ਼ਾ, ਉਹਦਾ ਅੰਦਾਜ਼ ਉਹ ਬਿਲਕੁਲ ਵੱਖਰਾ ਹੁੰਦਾ। ਅਤੇ ਜਦੋਂ ਇੱਕ ਕ੍ਰਿਟਿਕ ਜਿਹਦੀ ਭਾਸ਼ਾ, ਆਲੋਚਨਾ ਵਾਲੀ ਭਾਸ਼ਾ, ਉਹ ਅਪਰੋਚ ਕਰਦਾ, ਉਹਦੀ ਵੱਖਰੀ ਤਰ੍ਹਾਂ ਦੀ ਹੁੰਦੀ ਹੈ। ਅਤੇ ਇਸ ਪੱਖੋਂ ਵੀ ਬਹੁ ਰੰਗਤਾ ਹੈ ਨਾ, ਅਸੀਂ ਬਹੁ ਰੰਗਤਾ ਦੀ ਗੱਲ ਕਰ ਰਹੇ ਹਾਂ। ਅਤੇ ਇੱਕ ਬਹੁ ਰੰਗਤਾ ਇਸ ਕਰਕੇ ਵੀ ਹੈ ਕਿ ਇਹਦੇ ਵਿੱਚ ਜਿਹੜਾ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਦਾ ਲੇਖ ਆ, ਉਹ ਇੱਕ ਤਰ੍ਹਾਂ ਦਾ ਉਹਨਾਂ ਦਾ ਕੀ ਨੋਟ ਐਡਰੈਸ ਆ ਉਹ, ਅਤੇ ਉਹ ਮੌਖਿਕ ਰੂਪ ਦੇ ਵਿੱਚ ਆ। ਉਹ ਤੁਹਾਨੂੰ ਲੱਗਦਾ ਨਹੀਂ ਹੈ ਕਿ ਉਹ ਲਿਖੇ ਹੋਏ ਨੂੰ ਬੋਲਿਆ ਜਾ ਰਿਹਾ। ਉਹ ਬਹੁਤ ਹੀ ਗੱਲਬਾਤ ਦੇ ਅੰਦਾਜ਼ ਦੇ ਵਿੱਚ ਆ, ਬਹੁਤ ਸੌਖੀ ਭਾਸ਼ਾ ਦੇ ਵਿੱਚ ਆ, ਅਤੇ ਬਹੁਤ ਉਹਦੇ ਵਿੱਚ ਕੁਛ ਗੱਲਾਂ ਵੀ ਬਹੁਤ ਵਧੀਆ ਨੇ, ਅਤੇ ਉਹ ਵੀ ਪੜ੍ਹ ਕੇ ਤੁਹਾਨੂੰ ਚੰਗਾ ਲੱਗੂਗਾ। ਸੋ ਕਾਫੀ ਰੰਗ ਨੇ ਕਿਤਾਬ ਦੇ ਵਿੱਚ, ਹੈ ਨਾ, ਅਤੇ ਉਹ ਰੰਗਾਂ ਕਰਕੇ ਕਿਤਾਬ ਹੋਰ ਖੂਬਸੂਰਤ ਹੋ ਜਾਂਦੀ ਆ। ਅਤੇ ਪ੍ਰੋਫੈਸਰ ਪ੍ਰੀਤਮ ਸਿੰਘ, ਤੁਹਾਨੂੰ ਯਾਦ ਹੋਣਾ ਕਿ ਪਹਿਲੀ ਵਾਰ ਉਹ ਜਦੋਂ ਪੰਜਾਬ ਦੇ ਵਿੱਚ ਪ੍ਰਵੇਸ਼ ਹੋਇਆ ਉਹਨਾਂ ਦਾ, ਅਤੇ ਆਪਣੀ ਡਾਇਸਪੋਰਾ ਕਾਨਫਰੰਸ 'ਤੇ ਹੀ ਉਹ ਪਹਿਲੀ ਵਾਰ ਉਹ ਕੀ ਨੋਟ ਐਡਰੈਸ ਦੇਣ ਆਏ ਸੀ। ਉਸ ਤੋਂ ਬਾਅਦ ਤਾਂ ਹੁਣ ਪੰਜਾਬ ਦੇ ਵਿੱਚ ਉਹ ਅਕਸਰ ਆਉਂਦੇ ਜਾਂਦੇ ਰਹਿੰਦੇ ਨੇ, ਪੰਜਾਬੀ ਦੇ ਸਮਾਗਮਾਂ ਦੇ ਵਿੱਚ ਬੋਲਦੇ ਰਹਿੰਦੇ ਨੇ। ਸੋ ਇਸ ਪੱਖੋਂ ਕਿਤਾਬ ਬਹੁਤ ਰੰਗੀ ਆ। ਅਤੇ ਮੈਂ ਕੁਛ ਗੱਲਾਂ ਕਰਨੀਆਂ ਨੇ, ਜ਼ਿਆਦਾ ਟਾਈਮ ਨਹੀਂ ਲੈਣਾ ਤੁਹਾਡਾ। ਅਤੇ ਜਦੋਂ ਡਾਕਟਰ ਧਾਲੀਵਾਲ ਹੋਰਾਂ ਨੇ ਗੱਲ ਕੀਤੀ ਖਾਲੀ ਬੰਦਾ ਦੀ, ਮੇਰੇ ਮਨ 'ਚ ਵੀ ਦੋ ਪ੍ਰਸੰਗ ਜਦੇ ਤੁਰੰਤ ਆ ਗਏ। ਕਿਉਂਕਿ ਇਹ ਗੱਲ ਵੀ ਹੋ ਚੁੱਕੀ ਕਿ ਜਿਵੇਂ ਇਹ ਮਤਲਬ ਅਸੀਂ ਰਹਿੰਦੇ ਤਾਂ ਬਹੁਤ ਚਿਰਾਂ ਤੋਂ ਆਏ ਹਾਂ। ਬਹੁਤ ਸੱਭਿਆਚਾਰਵਾਦ ਕੋਈ ਵਰਤਾਰੇ ਦੇ ਤੌਰ 'ਤੇ ਨਵੀਂ ਚੀਜ਼ ਨਹੀਂ, ਪਰ ਸਿਧਾਂਤਕ ਪੱਖ ਤੋਂ ਇੱਕ ਨਵੀਂ ਚੀਜ਼ ਆ। ਕਿਉਂ ਨਵੀਂ ਚੀਜ਼ ਆ, ਕਿਉਂ ਅਹਿਮੀਅਤ ਆ, ਸਾਡੇ ਸਾਹਮਣੇ ਸਵਾਲ ਇਹ ਆ। ਤਾਂ ਮੇਰੇ ਸਾਹਮਣੇ ਦੋ ਇੱਕ ਪ੍ਰਸੰਗ ਨੇ। ਇੱਕ ਹੈ ਕਿ ਉਰਵਸ਼ੀ ਬਟਾਲੀਆ ਨੇ ਇੱਕ ਕਿਤਾਬ ਲਿਖੀ ਸੀ, ਦਾ ਅਦਰ ਸਾਈਡ ਆਫ ਸਾਈਲੈਂਸ। ਜਦੋਂ 84 ਹੁੰਦਾ, ਉਸ ਤੋਂ ਬਾਅਦ ਉਹ ਕਿਉਂਕਿ ਪਾਕਿਸਤਾਨ ਤੋਂ ਆਏ ਸੀ, ਅਤੇ ਉਹਨਾਂ ਨੂੰ ਲੱਗਣ ਲੱਗ ਜਾਂਦਾ ਕਿ ਇੱਕ ਵਾਰ ਫੇਰ ਜਿਵੇਂ ਉਹੀ ਸਾਰਾ ਕੁਛ ਵਾਪਰ ਰਿਹਾ ਹੋਵੇ। ਅਤੇ ਉਹ ਨਾ 47 ਨੂੰ ਵਿਜ਼ਿਟ ਕਰਦੀ ਆ, ਫਿਰ ਓਰਲ ਨੈਰੇਟਿਵਸ ਇਕੱਠੇ ਕਰਦੀ ਆ, ਪਾਕਿਸਤਾਨ ਜਾਂਦੀ ਆ ਉਹ। ਉੱਥੇ ਉਹਦਾ ਮਾਮਾ ਰਹਿ ਗਿਆ ਹੁੰਦਾ, ਸਕਾ ਮਾਮਾ, ਅਤੇ ਨਾਨੀ ਵੀ। ਅਤੇ ਮਾਮੇ ਨੇ ਉੱਥੇ ਰਹਿਣ ਖਾਤਰ ਆਪਦਾ ਧਰਮ ਵੀ ਬਦਲ ਲਿਆ ਹੁੰਦਾ। ਇੱਕ ਕਾਰਨ ਸ਼ਾਇਦ ਉਹ ਇਹ ਦੱਸਦੀ ਆ ਕਿ ਉੱਥੇ ਜ਼ਮੀਨ ਕਾਫੀ ਸੀ, ਇਸ ਕਰਕੇ ਉਹਨੇ ਜ਼ਮੀਨ ਨੂੰ ਛੱਡਣਾ ਨਾ ਸਮਝਿਆ, ਅਤੇ ਮਾਂ ਨੂੰ, ਨਾਨੀ ਨੂੰ ਇਸ ਕਰਕੇ ਰਹਿਣਾ ਪਿਆ ਕਿ ਉਹਦਾ ਪੁੱਤ ਉੱਥੇ ਰਹਿ ਗਿਆ। ਅਤੇ ਉੱਥੇ ਜਾਂਦੀ ਆ, ਲੱਭ ਲੁੱਭ ਕੇ ਪਹੁੰਚਦੀ ਆ, ਕਾਫੀ ਚਿਰ ਗੱਲਾਂ ਕਰਦੀ। ਜਿਹੜੀ ਗੱਲ ਮੇਰੇ ਕਦੇ ਭੁੱਲੀ ਨਹੀਂ ਹੈਗੀ, ਉਹ ਇਹ ਕਿ ਉਹ ਲਿਖਦੀ ਹੈ ਕਿ ਮੇਰਾ ਮਾਮਾ ਮੈਨੂੰ ਦੱਸਦਾ ਕਿ ਵੀ ਇੱਕ ਵੀ ਦਿਨ ਇਹੋ ਜਿਹਾ ਨਹੀਂ ਹੈਗਾ ਜਦੋਂ ਮੈਂ ਆਪਣੇ ਇਸ ਫੈਸਲੇ 'ਤੇ ਪਛਤਾਇਆ ਨਾ ਹੋਇਆ ਹੋਵੇ ਕਿ ਮੈਂ ਇਹ ਕਿਉਂ ਕੀਤਾ। ਅਤੇ ਇੱਕ ਵੀ ਦਿਨ ਇਹੋ ਜਿਹਾ ਨਹੀਂ ਲੰਘਿਆ ਜਦੋਂ ਮੈਨੂੰ ਜਚਾਇਆ ਨਾ ਹੋਇਆ ਹੋਵੇ ਵੀ ਇਹ ਕਨਵਰਟ ਹੋਇਆ, ਇਹ ਤਬਦੀਲ ਹੋਇਆ। ਤਾਂ ਮਤਲਬ ਇੰਨਾ ਗੰਭੀਰ ਮੁੱਦਾ ਕਿਉਂ ਬਣ ਜਾਂਦਾ ਇਹ, ਸਾਡੀ ਆਈਡੈਂਟੀਟੀ ਦਾ, ਸਾਡੀ ਪਛਾਣ ਦਾ ਇੰਨਾ ਗੰਭੀਰ ਮੁੱਦਾ ਕਿਉਂ ਆ, ਇੰਨਾ ਗਹਿਰਾ ਕਿਉਂ ਆ, ਇੰਨਾ ਇਹ ਡੂੰਘਾ ਕਿਉਂ ਆ। ਦੂਜਾ ਪ੍ਰਸੰਗ, ਮੈਂ ਪਿੱਛੇ ਜਿਹੇ ਕਿਤਾਬ ਪੜ੍ਹੀ ਸੀ ਅਨੀਤਾ ਆਨੰਦ ਦੀ, ਮਹਾਰਾਜਾ ਦਲੀਪ ਸਿੰਘ ਦੀ ਕੁੜੀ 'ਤੇ ਲਿਖੀ ਹੋਈ ਕਿਤਾਬ ਆ, ਸੋਫੀਆ ਦਲੀਪ ਸਿੰਘ ਦੇ ਉੱਪਰ। ਜੇ ਤੁਹਾਨੂੰ ਮੌਕਾ ਲੱਗੇ ਤਾਂ ਜ਼ਰੂਰ ਕਿਤਾਬ ਪੜ੍ਹਿਓ, ਬਹੁਤ ਵਧੀਆ ਕਿਤਾਬ ਆ, ਬਹੁਤ ਸੋਹਣੀ ਭਾਸ਼ਾ ਦੇ ਵਿੱਚ ਲਿਖੀ ਹੋਈ। ਉਹਦੇ ਵਿੱਚ ਇੱਕ ਸਵਾਲ ਖੜ੍ਹਾ ਹੁੰਦਾ ਕਿ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਇੱਧਰੋਂ ਉੱਥੇ ਲੈ ਜਾਂਦੇ ਨੇ, ਉਹ 15 ਸਾਲਾਂ ਦਾ ਹੁੰਦਾ ਜਦੋਂ ਇੱਥੋਂ ਚਲੇ ਜਾਂਦਾ। 14 ਸਾਲਾਂ ਦੇ ਵਿੱਚ ਉਹ ਕ੍ਰਿਸਚੀਅਨ ਬਣ ਜਾਂਦਾ, 15ਵੇਂ ਸਾਲ ਦੇ ਵਿੱਚ ਉਹਨੂੰ ਉੱਥੇ ਲੈ ਜਾਂਦੇ ਨੇ। ਅਤੇ ਉਹਦੇ ਵਿਆਹ ਦਾ ਮਸਲਾ ਖੜ੍ਹਾ ਹੋ ਜਾਂਦਾ ਕਿ ਮਹਾਰਾਜ ਰਾਇਲ ਸੀ, ਉਹਦੀ ਉੱਥੇ ਬਹੁਤ ਵੱਡੀ ਜਗੀਰ ਸੀ, ਇੱਕ ਬਹੁਤ ਵੱਡਾ ਮਹਿਲ ਸੀ, ਜਿਹਦੇ ਵਿੱਚ ਉਹ 13 ਸਾਲ ਕੰਮ ਕਰਾਉਂਦਾ ਰਿਹਾ, ਇਸ ਕੰਮ ਕਰਕੇ ਕਿ ਉਹ ਮਹਿਲ ਕਿਵੇਂ ਨਾ ਕਿਵੇਂ ਲਾਹੌਰ ਦੇ ਕਿਲ੍ਹੇ ਵਰਗਾ ਬਣ ਜਾਵੇ। ਕਿ ਧਰਮ ਵੀ ਬਦਲ ਲਿਆ, ਸਾਰਾ ਕੁਝ ਬਦਲ ਲਿਆ, ਉੱਥੇ ਰਹਿਣ ਵੀ ਲੱਗ ਗਏ। ਇਹ ਵੀ ਨਹੀਂ ਸੀ ਕਿ ਉੱਥੇ ਮੋਹ ਨਹੀਂ ਮਿਲਦਾ ਸੀ,
ਜਿਹੜੀ ਵਿਕਟੋਰੀਆ ਸੀ ਉੱਥੇ ਦੀ ਕੁਈਨ ਉਹਦਾ ਬਹੁਤ ਪਿਆਰ ਕਰਦੀ ਸੀ ਜਿੰਨਾ ਡਾਟਾ ਮਿਲਦਾ, ਪਰ ਅੰਦਰੋਂ ਇਹ ਗੱਲ ਨਹੀਂ ਜਾ ਰਹੀ ਸੀ ਉਹਦੇ ਕਿ ਮੈਂ ਆਪਦੇ ਜਿਹੜਾ ਮਹਿਲ ਆ ਉਹਨੂੰ ਇਸ ਤਰ੍ਹਾਂ ਦਾ ਬਣਾਉਣਾ। 13 ਸਾਲ ਲੱਗਿਆ ਰਿਹਾ, ਉਹਦੇ ਪਿੱਛੇ ਪੈਸੇ ਵੀ ਬਹੁਤ ਖਰਚ ਹੋਏ, ਉਹ ਹਲੇ ਵੀ ਉਸ ਤਰੀਕੇ ਦਾ ਤੁਸੀਂ ਦੇਖ ਸਕਦੇ ਹੋ ਉਹਨੂੰ। ਪਰ ਜਦੋਂ ਦੂਜੀ ਸਮੱਸਿਆ ਖੜੀ ਹੁੰਦੀ ਹੈ ਉਹਦੇ ਵਿਆਹ ਦੀ, ਕਿ ਰਾਇਲ ਫੈਮਿਲੀ ਦੇ ਵਿੱਚੋਂ ਆ, ਅਮੀਰ ਬਹੁਤ ਆ, 25,000 ਪਾਉਂਡ ਉਹਨੂੰ ਪੈਨਸ਼ਨ ਲੱਗੀ ਹੋਈ ਆ, ਤੇ ਫਿਰ ਵੀ ਉਹਦਾ ਵਿਆਹ ਦੀ ਕੀ ਮੁਸ਼ਕਲ ਆ ਰਹੀ। ਵਿਕਟੋਰੀਆ ਨੂੰ ਕਹਿੰਦੀ ਹੈ ਕਿ ਹੁਣ ਤੂੰ ਵਿਆਹ ਕਰਾ ਲਾ। ਸਮੱਸਿਆ ਖੜੀ ਹੁੰਦੀ ਹੈ ਕਿ ਰਾਇਲ ਫੈਮਿਲੀਜ਼ ਦੇ ਵਿੱਚੋਂ ਕੌਣ ਦਊਗਾ ਉਹਨੂੰ, ਹੇਠਾਂ ਜਾਣਾ ਨਹੀਂ ਹੈਗਾ ਆਮ ਪਬਲਿਕ ਦੇ ਵਿੱਚ ਕਿਉਂਕਿ ਆਪ ਰਾਇਲ ਆ, ਤੇ ਉੱਥੋਂ ਦੇ ਜਿਹੜੇ ਰਾਇਲ ਲੋਕ ਨੇ ਉਹ ਕਹਿੰਦੇ ਕਿ ਉੱਧਰੋਂ ਆਇਆ ਹੋਇਆ ਇਹ ਸਾਡੇ ਬਰਾਬਰ ਦਾ ਨਹੀਂ ਹੈਗਾ। ਫਿਰ ਜਿਹੜਾ ਉਹਨੂੰ ਰਿਸ਼ਤਾ ਲੱਭਦਾ ਫਿਰ ਉਹ ਕਹਿੰਦਾ ਕਿ ਮੈਂ ਆਪ ਦੇਖ ਲੈਂਦਾ, ਤੇ ਫਿਰ ਮਹਾਰਾਜਾ ਦਲੀਪ ਸਿੰਘ ਦਾ ਜਿਸ ਔਰਤ ਨਾਲ ਵਿਆਹ ਹੁੰਦਾ ਜਿਹਦਾ ਨਾਂ ਬੰਬਾ, ਉਹ ਇੱਕ ਜਰਮਨ ਦੀ ਕੁੜੀ ਸੀ, ਤੇ ਉਹਦੀ ਮਾਂ ਇੱਕ ਦਾਸੀ ਸੀ, ਤੇ ਉਹਦੀ ਇਸ ਤਰ੍ਹਾਂ ਉਹ ਵੀ ਇੱਕ ਆਊਟਸਾਈਡਰ ਸੀ। ਤੇ ਇੰਟਰਸਟਿੰਗ ਗੱਲ ਹੈ ਕਿ ਜਦੋਂ ਉਹਦਾ ਵਿਆਹ ਹੁੰਦਾ ਤੇ ਮਹਾਰਾਜਾ ਦਲੀਪ ਸਿੰਘ ਨੂੰ ਅਰਬੀ ਨਹੀਂ ਆਉਂਦੀ ਹੁੰਦੀ, ਤੇ ਬੰਬਾ ਨੂੰ ਇੱਕ ਵੀ ਸ਼ਬਦ ਅੰਗਰੇਜ਼ੀ ਦਾ ਨਹੀਂ ਆਉਂਦਾ ਹੁੰਦਾ, ਤੇ ਦੁਭਾਸ਼ੀਆ ਮਤਲਬ ਰੱਖਿਆ ਜਾਂਦਾ। ਤੇ ਉਹ ਇੱਕ ਦਲੀਪ ਸਿੰਘ ਦੀ ਪੇਨ ਕਿ ਉਹ ਦੂਜੇ ਕਲਚਰ ਦੇ ਵਿੱਚ ਆ ਕੇ ਜਦੋਂ ਤੇ ਮੈਮਰੀਜ਼ ਦੇ ਵਿੱਚ ਉਹ ਚੀਜ਼ ਤੁਰੀ ਫਿਰਦੀ ਰਹਿੰਦੀ ਆ, ਤੇ ਇੱਕ ਬੰਬਾ ਜਿਹਨੂੰ ਉਹ ਫਿਰ ਇੰਗਲੈਂਡ ਆ ਜਾਂਦੀ ਹੈ, ਤੇ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ, ਤੇ ਜਿਹਨੂੰ ਉਸ ਤਰ੍ਹਾਂ ਦੇ ਕੱਪੜੇ ਨਹੀਂ ਪਾਉਣੇ ਆਉਂਦੇ ਜਿਸ ਤਰ੍ਹਾਂ ਦੇ ਦਲੀਪ ਸਿੰਘ ਚਾਹੁੰਦਾ ਹੁੰਦਾ, ਫਿਰ ਉਹਦੀ ਅੱਗੋਂ ਪੇਨ। ਤੇ ਫਿਰ ਦਲੀਪ ਸਿੰਘ ਦੇ 8 ਜਵਾਕ ਹੁੰਦੇ ਨੇ, 6 ਪਹਿਲੀ ਔਰਤ ਤੋਂ ਬੰਬਾ ਤੋਂ, ਤੇ 2 ਜਿਹੜੀ ਦੂਸਰੀ ਔਰਤ ਨਾਲ ਵਿਆਹ ਕਰਾਉਂਦਾ ਉਹ, ਤੇ 6 ਦੇ ਵਿੱਚੋਂ ਸਿਰਫ 2 ਦਾ ਵਿਆਹ ਹੁੰਦਾ। ਇੱਕ ਜਿਹੜੀ ਕੁੜੀ ਆ ਉਹਦਾ ਵੀ ਨਾਂ ਬੰਬਾ ਹੀ ਮਾਂ 'ਤੇ ਰੱਖਿਆ ਜਾਂਦਾ, ਉਹ ਇੱਥੇ ਆ ਜਾਂਦੀ ਆ, 50 ਸਾਲ ਦੀ ਉਮਰ 'ਚ ਵਿਆਹ ਕਰਾਉਂਦੀ ਆ। ਉਹਦੇ ਬਾਰੇ ਵੀ ਇਹ ਕਿਹਾ ਜਾਂਦਾ ਕਿ ਇਸ ਕਰਕੇ ਵਿਆਹ ਕਰਾਇਆ ਕਿ 10,000 ਪਾਉਂਡ ਮਿਲਣਾ ਸੀ। ਤਾਂ 6 ਦੇ 6 ਜਵਾਕ ਦੇ ਅੰਦਰ ਇੱਕ ਲਗਾਤਾਰ ਕਸ਼ਮਕਸ਼ ਚੱਲਦੀ ਰਹਿੰਦੀ ਹੈ ਕਿ ਪਲੇ ਵੀ ਉੱਥੇ, ਜੰਮੇ ਵੀ ਉੱਥੇ, ਵੱਡੇ ਵੀ ਉੱਥੇ ਹੋਏ, ਪਰ ਫਿਰ ਵੀ ਇਸ ਤਰ੍ਹਾਂ ਦਾ ਅਹਿਸਾਸ ਕਿਉਂ ਉਹਨਾਂ ਦੇ ਅੰਦਰ ਲਗਾਤਾਰ ਰਹਿੰਦਾ ਕਿ ਇਹ ਸਾਡਾ ਨਹੀਂ ਹੈਗਾ, ਜਾਂ ਲੋਕ ਉਹਨਾਂ ਨੂੰ ਕਿਉਂ ਇਸ ਤਰ੍ਹਾਂ ਮਹਿਸੂਸ ਕਰਾਉਂਦੇ ਰਹਿੰਦੇ ਨੇ ਉੱਥੋਂ ਦੇ ਕਿ ਇੱਥੋਂ ਦੇ ਲੋਕ ਨਹੀਂ ਹੈਗੇ। ਤੇ ਉਹਨਾਂ ਦੀ ਉਹ ਜਿਹੜੀ ਪਰਾਏਪਣ ਦੀ ਤੀਬਰਤਾ ਉਹ ਜਦੋਂ ਇੱਕ ਵਾਰ ਇੰਡੀਆ ਆ ਜਾਂਦੀਆਂ ਨੇ ਕੁੜੀਆਂ, ਉਹ ਬਹੁਤ ਤੀਬਰ ਹੋ ਜਾਂਦੀ ਆ। ਤੇ ਜਦੋਂ ਇੱਕ ਸਵਾਲ ਖੜਾ ਹੋਇਆ ਕਿ ਉਹਨਾਂ ਦਾ ਵਿਆਹ ਕਿਉਂ ਨਹੀਂ ਹੋਇਆ ਹੈਗਾ। ਵਿਕਟਰ ਦਾ ਵਿਆਹ ਹੁੰਦਾ ਸਿਰਫ ਮੁੰਡੇ ਦਾ, ਉਹ ਵੀ ਜਦੋਂ ਉਹ ਕੁੜੀ ਨੂੰ ਪਸੰਦ ਕਰ ਲੈਂਦਾ ਤੇ ਉਹਦਾ ਬਾਪ ਮਨਾ ਕਰ ਦਿੰਦਾ ਕਿ ਇਹ ਤਾਂ ਦਲੀਪ ਸਿੰਘ ਦਾ ਔਲਾਦ ਆ, ਤੇ ਇਹ ਤਾਂ ਇੰਡੀਅਨ ਨੇ, ਤੇ ਟ੍ਰੇਟਰ ਵੀ ਕਿਹਾ ਜਾਂਦਾ ਸੀ ਕਿਉਂਕਿ ਉਹਨੇ ਕਿਹਾ ਸੀ ਕਿ ਮੈਂ ਜਾ ਕੇ ਆਪਦੇ ਦੇਸ਼ ਜਾਊਂਗਾ, ਤੇ ਉਹਨੇ ਮੁੜ ਕੇ ਸਿੱਖ ਧਰਮ ਦੇ ਵਿੱਚ ਆ ਗਿਆ ਸੀ। ਇਹ ਵੀ ਇੱਕ ਪਹਿਲੂ ਆ। ਤੇ ਵਿਆਹ ਕਿਉਂ ਨਹੀਂ ਹੋਇਆ ਹੈਗਾ। ਵਿਕਟਰ ਦਾ ਵਿਆਹ ਹੋਇਆ, ਉਹ ਵਿਕਟੋਰੀਆ ਦੇ ਕਹਿਣ 'ਤੇ ਹੋਇਆ, ਪਰ ਵਿਕਟੋਰੀਆ ਨੇ ਉਹਦੀ ਵਾਈਫ ਨੂੰ ਇਹ ਕਹਿਤਾ ਸੀ ਕਿ ਤੁਹਾਡੇ ਜਵਾਕ ਨਹੀਂ ਹੋਣਾ ਚਾਹੀਦਾ ਕੋਈ, ਤੇ ਤੁਸੀਂ ਇੱਥੋਂ ਜਾ ਕੇ ਕਿਤੇ ਦੂਰ ਰਹਿ ਲਓ, ਤੇ ਉਹ ਲੰਡਨ ਤੋਂ ਚਲੇ ਗਏ ਸੀ। ਤੇ ਬਾਕੀ ਕੁੜੀਆਂ ਦਾ ਇਸ ਕਰਕੇ ਵਿਆਹ ਨਹੀਂ ਹੁੰਦਾ ਕਿਉਂਕਿ ਉੱਥੇ ਕੋਈ ਵੀ ਰਾਇਲ ਫੈਮਿਲੀ ਉਹਨਾਂ ਨੂੰ ਆਪਣੀ ਨੂੰਹ ਬਣਾਉਣ ਲਈ ਤਿਆਰ ਨਹੀਂ ਸੀ। ਜਾਣੀ ਮੇਰੇ ਕਹਿਣ ਦਾ ਮਤਲਬ ਹੈ ਕਿ ਇੰਨੀਆਂ ਡੂੰਘੀਆਂ ਜੜ੍ਹਾਂ ਨੇ ਸਾਡੇ ਅੰਦਰ ਫਸੀਆਂ ਹੋਈਆਂ ਸਵੈ ਤੇ ਪਰਦੀਆਂ, ਕਿ ਅਸੀਂ ਕੌਣ ਆ ਤੇ ਦੂਸਰਾ ਕੌਣ ਆ, ਕਿ ਸਾਡੀ ਜਿਵੇਂ ਅਸੀਂ ਆਪਦੇ ਆਪ ਨੂੰ ਘੜਿਆ ਉਹ ਇਹ ਤੋਂ ਪਾਰ ਨਹੀਂ ਜਾਂਦਾ ਹੈਗਾ ਸੈਲਫ ਤੇ ਅਦਰ ਤੋਂ। ਜਿੰਨੀ ਦੇਰ ਸੈਲਫ ਤੇ ਅਦਰ ਦੀ ਚੀਜ਼ ਖਤਮ ਨਹੀਂ ਹੋ ਸਕਦੀ, ਉਨੀ ਦੇਰ ਅਸੀਂ ਜਿੰਨਾ ਮਰਜ਼ੀ ਦਾਅਵੇ ਕਰੀਏ, ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ, ਜਿਹੜਾ ਬਹੁਤ ਸੱਭਿਆਚਾਰਵਾਦ ਆਦਰਸ਼ਕ ਰੂਪ ਦੇ ਵਿੱਚ ਸਥਾਪਿਤ ਨਹੀਂ ਹੋ ਸਕਦਾ। ਸੋ ਇੱਕ ਇਹ ਲਗਾਤਾਰ ਰਹਿਣ ਵਾਲੀ ਕਸ਼ਮਕਸ਼ ਆ ਜਿਹੜੀ ਕਦੇ ਖਤਮ ਨਹੀਂ ਹੋਣੀ ਹੈਗੀ। ਤੇ ਇਸ ਥਿਊਰੀ ਦਾ, ਇਸ ਵਾਦ ਦਾ ਜਾਂ ਇਸ ਤਰ੍ਹਾਂ ਪੜ੍ਹਨ ਦਾ ਮਤਲਬ ਹੀ ਇਹ ਹੁੰਦਾ ਕਿ ਤੁਸੀਂ ਉਹਨਾਂ ਚੀਜ਼ਾਂ ਪ੍ਰਤੀ ਸੈਂਸਿਟਾਈਜ਼ ਹੋ ਜਾਂਦੇ ਹੋ ਕਿ ਭਾਈ ਇਹ ਇੰਨੀ ਸੌਖੀ ਚੀਜ਼ ਨਹੀਂ ਹੈਗੀ ਜਿੰਨੀ ਅਸੀਂ ਸੌਖੀ ਮੰਨ ਲੈਂਦੇ ਹਾਂ ਕਿ ਇੱਕ ਦੂਜੇ ਦੇ ਨਾਲ ਰਹਿਣੇ। ਇਹ ਤਾਂ ਲਗਾਤਾਰ ਆਪਦੇ ਆਪ ਨਾਲ ਲੜਾਈ ਆ, ਦੂਜੇ ਨੂੰ ਸਮਝਣ ਦੀ ਲੜਾਈ ਆ, ਦੂਜੇ ਦੇ ਬਰਾਬਰ ਰਹਿਣ ਦੀ ਲੜਾਈ ਆ, ਤੇ ਲਗਾਤਾਰ ਆਪਣੀਆਂ ਪਛਾਣਾਂ ਨੂੰ ਢਾਉਂਦੇ ਰਹਿਣ ਦੀ ਲੜਾਈ ਆ। ਕਿ ਤੁਸੀਂ ਆਪਣੀ ਆਇਡੈਂਟੀਟੀ ਬਣਾਉਂਦੇ ਹੋ ਕਿ ਮੈਂ ਜਦੋਂ ਮੈਂ ਆਇਡੈਂਟੀਟੀ ਬਣਾਉਂਦੇ ਤਾਂ ਮਤਲਬ ਕਿ ਮੈਂ ਆ ਨਹੀਂ ਹੈਗਾ। ਤੇ ਜਦੋਂ ਤੁਸੀਂ ਬਹੁਤ ਸੱਭਿਆਚਾਰਵਾਦ ਨੂੰ ਪੋਸੀਬਲ ਕਰਨਾ, ਤਾਂ ਇਹ ਪੋਸੀਬਲ ਕਰ ਲਈਏ ਕਿ ਤੁਸੀਂ ਲਗਾਤਾਰ ਆਪਦੇ ਆਪ ਨੂੰ ਢਾਉਂਦੇ ਰਹਿਣਾ, ਕਿ ਤੁਸੀਂ ਆਇਡੈਂਟੀਟੀ ਬਣਾਉਣੀ ਵੀ ਆ ਪਰ ਨਾਲ ਦੀ ਨਾਲ ਢਾਉਣੀ ਵੀ ਆ, ਤੁਸੀਂ ਉਹਨੂੰ ਬਣਾਉਣਾ ਵੀ ਆ ਨਾਲ ਦੀ ਨਾਲ ਤਰਲ ਵੀ ਕਰਨਾ ਕਿ ਕਿਸੇ ਮੌਕੇ ਆ ਕੇ ਇਹ ਜਿਹੜੀ ਸਾਡੀ ਖਤਮ ਹੋ ਜਾਵੇ। ਤੇ ਇਸ ਕਰਕੇ ਇਹ ਇੱਕ ਬਹੁਤ ਲੰਮੀ ਕਸ਼ਮਕਸ਼ ਆ, ਲੰਮੀ ਲੜਾਈ ਆ ਜਿਹੜੀ ਲਗਾਤਾਰ ਬੰਦੇ ਨੇ ਲੜਨੀ ਆ, ਤੇ ਆਪਣੀ ਪਛਾਣ ਨੂੰ ਧੁੰਦਲਾ ਕਰਨਾ, ਪਛਾਣ ਨੂੰ ਬਣਾਉਣਾ ਵੀ ਹੈ, ਧੁੰਦਲਾ ਵੀ ਕਰਨਾ। ਤੇ ਇੱਕ ਇਹਦੀ ਪ੍ਰੋਬਲਮ ਸਭ ਤੋਂ ਵੱਡੀ ਖੜੀ ਹੋਈ ਆ ਨੇਸ਼ਨ ਸਟੇਟ ਨਾਲ, ਕਿ ਜਿੰਨੀ ਦੇਰ ਤੱਕ ਨੇਸ਼ਨ ਸਟੇਟ ਦੇ ਅੰਦਰ ਅਸੀਂ ਮਲਟੀਕਲਚਰਿਜ਼ਮ ਦੀ ਗੱਲ ਕਰਾਂਗੇ, ਜਿਵੇਂ ਭਾਰਤ ਦੇਸ਼ ਦੇ ਅੰਦਰ ਜਾਂ ਅਮਰੀਕਾ ਦੇਸ਼ ਦੇ ਅੰਦਰ ਜਾਂ ਕੈਨੇਡਾ ਦੇਸ਼ ਦੇ ਅੰਦਰ, ਤਾਂ ਜਿਹੜੀ ਨੇਸ਼ਨ ਸਟੇਟ ਦੀ
ਡੋਮੀਨੈਂਟ ਰਾਜਨੀਤੀ ਆ ਉਹ ਵੋਟ ਦੀ ਰਾਜਨੀਤੀ ਆ, ਤੇ ਜਿਹੜੀ ਵੋਟ ਦੀ ਰਾਜਨੀਤੀ ਆ ਉਹ ਹਮੇਸ਼ਾ ਹੀ ਘੱਟ ਗਿਣਤੀ ਤੇ ਬਹੁ ਗਿਣਤੀ ਨੂੰ ਵੰਡਦੀ ਆ, ਜਾਂ ਕੁਛ ਧਿਰਾਂ ਨੂੰ ਸਪਸ਼ਟ ਪਛਾਣ ਦਿੰਦੀ ਆ। ਤੁਸੀਂ ਹਿੰਦੂ ਹੋ, ਤੁਸੀਂ ਸਿੱਖ ਹੋ, ਤੁਸੀਂ ਦਲਿਤ ਹੋ, ਕਿਉਂਕਿ ਉਹਦੇ ਨਾਲ ਵੋਟ ਦਾ ਚੰਕ ਇਕੱਠਾ ਆਉਂਦਾ ਕਿ ਮੈਂ ਐਡੀ ਵੱਡੀ ਗਿਣਤੀ ਨੂੰ ਕਹਿਦਾ ਕਿ ਤੁਸੀਂ ਸਾਰੇ ਦਲਿਤ ਹੋ ਤੇ ਮੈਂ ਤੁਹਾਡੇ ਦਲਿਤਾਂ ਲਈ ਇਹ ਕੰਮ ਕਰ ਰਿਹਾ, ਤੇ ਉਹ ਵੋਟ ਸਾਰੀ ਸਿੱਧੀ ਡਿੱਗ ਚੂਗੀ। ਸੋ ਜਿੰਨੀ ਦੇਰ ਤੱਕ ਵੋਟ ਦੀ ਰਾਜਨੀਤੀ ਰਹੂਗੀ ਉਹਦੇ ਵਿੱਚ ਜਿਹੜੀ ਬਹੁ ਗਿਣਤੀ ਤੇ ਘੱਟ ਗਿਣਤੀ ਦੀ ਲੜਾਈ ਆ ਜਿਹੜੀ ਉਹ ਚੱਲਦੀ ਰਹੂਗੀ, ਤੇ ਇੱਕ ਧਿਰ ਦਾ ਦੂਜੀ ਧਿਰ ਨੂੰ ਦਬਾਉਣਾ ਲਗਾਤਾਰ ਮੌਜੂਦ ਰਹੂਗਾ। ਤੇ ਕਈ ਵਾਰ ਤੁਸੀਂ ਇਹ ਕਹਿ ਕੇ ਵੀ ਹਾਂ ਤੁਸੀਂ ਬੋਲੋ, ਕੋਈ ਨਹੀਂ, ਬੈਠੋ ਸਾਡੇ ਨਾਲ ਗੱਲ ਕਰੋ, ਇਹ ਕਹਿ ਕੇ ਵੀ ਤੁਸੀਂ ਦੂਜੇ ਨੂੰ ਦਬਾ ਰਹੇ ਹੁੰਦੇ ਹੋ। ਤੇ ਦਬਾਉਣ ਦੇ ਬਹੁਤ ਸਾਰੇ ਤਰੀਕੇ ਨੇ, ਇਹ ਮਤਲਬ ਕੋਈ ਸੌਖੀ ਗੱਲ ਨਹੀਂ ਹੈਗੀ ਕਿ ਅਸੀਂ ਮਤਲਬ ਇਸ ਤਰ੍ਹਾਂ। ਤੇ ਇਹਦੇ ਵਿੱਚ ਨਾ ਇੱਕ ਮੈਨੂੰ ਜਿਹੜੀ ਹੋਰ ਗੱਲ ਨਜ਼ਰ ਆਉਂਦੀ ਆ ਕਿ ਕਿਵੇਂ ਸੰਭਵ ਹੋ ਸਕਦਾ ਮਤਲਬ, ਤੇ ਮੈਨੂੰ ਉਹਦੇ ਵਿੱਚ ਨਾ ਜਿਹੜਾ ਦਾਰਸ਼ਨਿਕਤਾ ਜਾਂ ਅਧਿਆਤਮ ਆ ਉਹਦੀ ਬਹੁਤ ਅਹਿਮੀਅਤ ਨਜ਼ਰ ਆਉਂਦੀ ਆ ਕਿ ਜਿਹੜੀ ਦਾਰਸ਼ਨਿਕਤਾ ਜਾਂ ਅਧਿਆਤਮ ਆ ਉਹਦੇ ਵਿੱਚ ਨਾ ਇੰਡੀਵਿਜੂਅਲਿਟੀ ਤੇ ਸਵੈ ਤੇ ਸਮੂਹ ਦੀ ਬਜਾਏ ਸਵੈ ਤੇ ਕੇਂਦਰ ਹੁੰਦਾ, ਕਿ ਤੁਸੀਂ ਆਪਦੇ ਆਪ ਨਾਲ ਰਹਿੰਦੇ ਹੋਏ ਆਪਦੇ ਆਪ ਨੂੰ ਅਧਿਆਤਮ ਦੇ ਰਸਤੇ, ਦਾਰਸ਼ਨਿਕਤਾ ਦੇ ਵਾਸਤੇ, ਜ਼ਿੰਦਗੀ ਦੇ ਸਦੀਵੀ ਸਵਾਲਾਂ ਨਾਲ ਜੋੜਦੇ ਹੋ। ਤੁਹਾਡੀ ਧਰਤੀ ਦੇ ਸਵਾਲਾਂ ਦੇ ਨਾਲ ਤੁਸੀਂ ਸਾਰੀ ਧਰਤੀਆਂ ਦੇ ਸਵਾਲਾਂ ਨਾਲ ਜੁੜ ਜਾਂਦੇ ਹੋ। ਜਦੋਂ ਤੁਸੀਂ ਆਪਣੀ ਧਰਤੀ ਦੇ ਸਵਾਲਾਂ ਦੇ ਨਾਲ ਸਾਰੀਆਂ ਧਰਤੀਆਂ ਦੇ ਸਦੀਵੀ ਸਵਾਲਾਂ ਨਾਲ ਜੁੜ ਜਾਂਦੇ ਹੋ ਤਾਂ ਤੁਹਾਡੇ ਅੰਦਰ ਜਿਹੜੀ ਛੋਟੀਪਣ ਹੁੰਦਾ, ਤੁਹਾਡੇ ਅੰਦਰ ਸੌੜੀ ਸੋਚ ਹੁੰਦੀ ਆ, ਉਹ ਜਿਹੜੀ ਆ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਆ। ਸੋ ਮੈਨੂੰ ਲੱਗਦਾ ਕਿ ਜਿਹੜਾ ਇੰਡੀਵਿਜੂਅਲਪਣ ਆ, ਕਿ ਜਿਹੜਾ ਨਿੱਜਪਣ ਆ, ਕਿ ਅਸੀਂ ਆਮ ਤੌਰ 'ਤੇ ਜਦੋਂ ਰਾਜਨੀਤੀ ਕਰਦੇ ਹਾਂ ਆਈਡੈਂਟੀਟੀ ਦੀ, ਉਹ ਸਮੂਹ ਦੀ ਹੁੰਦੀ ਆ, ਅਸੀਂ ਜੋੜਨਾ ਚਾਹੁੰਦੇ ਆਲੇ ਦੁਆਲੇ ਨੂੰ। ਉਹਨੂੰ ਛੱਡ ਕੇ ਜੇ ਅਸੀਂ ਨਿੱਜ ਦੀ ਪੋਲੀਟਿਕਸ ਕਰੀਏ, ਨਿੱਜ ਦੀ ਦਾਰਸ਼ਨਿਕਤਾ 'ਤੇ ਕੇਂਦਰਿਤ ਕਰੀਏ, ਨਿੱਜ ਦੀ ਧਾਰਮਿਕਤਾ 'ਤੇ ਕੇਂਦਰ ਕਰੀਏ, ਤਾਂ ਮੈਨੂੰ ਲੱਗਦਾ ਕਿ ਇਹ ਚੀਜ਼ ਜਿਹੜੀ ਆ ਉਹ ਕਾਫੀ ਸੰਭਵ ਹੋ ਸਕਦੀ ਆ। ਮੈਂ ਜਿਹੜੀ ਗੱਲ ਮਤਲਬ ਕੁੱਲ ਮਿਲਾ ਕੇ ਕਹਿਣੀ ਆ ਕਿ ਇਸ ਥਿਊਰੀ ਦਾ, ਇਸ ਸਿਧਾਂਤ ਦਾ, ਇਸ ਸੰਕਲਪਨਾ ਦਾ ਮਤਲਬ ਇੰਨਾ ਹੀ ਆ ਕਿ ਤੁਸੀਂ ਜਿਹੜੀ ਚੀਜ਼ ਵਾਪਰ ਰਹੀ ਆ ਉਹਦੇ ਪ੍ਰਤੀ ਸੈਂਸਿਟਿਵ ਹੋ ਜਾਂਦੇ ਹੋ ਕਿ ਭਾਈ ਨਾਲ ਰਹਿਣ ਦਾ ਮਤਲਬ ਕੀ ਹੁੰਦਾ, ਦੂਜੇ ਨੂੰ ਬੁਲਾਉਣ ਦਾ ਮਤਲਬ ਕੀ ਆ, ਦੂਜੇ ਨੂੰ ਸਪੇਸ। ਜਿਵੇਂ ਗਾਇਤਰੀ ਨੇ ਇੱਕ ਵਾਰ ਗੱਲ ਕਹੀ ਸੀ ਨਾ ਕਿ ਦੂਜੇ ਨੂੰ ਉਹਨੇ ਲੇਖ ਹੀ ਲਿਖਿਆ ਸੀ, ਕੈਨ ਦੀ ਸਪੋਲਟਨ ਸਪੀਕ, ਕਿ ਕੀ ਦੂਜਾ ਬੋਲ ਸਕਦਾ, ਕੀ ਤੁਸੀਂ ਦੂਜੇ ਨੂੰ ਸਪੇਸ ਦੇ ਸਕਦੇ ਹੋ, ਕੀ ਤੁਸੀਂ ਦੂਜੇ ਦਾ ਬੋਲ ਬਣ ਸਕਦੇ ਹੋ, ਕੀ ਤੁਸੀਂ ਦੂਜੇ ਨੂੰ ਬੋਲ ਦਿੰਦੇ ਹੋਏ ਆਪਣਾ ਹੀ ਬੋਲ ਤਾਂ ਨਹੀਂ ਉਹਨੂੰ ਦੇਈ ਜਾ ਰਹੇ। ਸੋ ਇਸ ਸਿਧਾਂਤ ਦਾ, ਇਸ ਕਿਤਾਬ ਦਾ ਹੋਣਾ, ਇਸ ਦੇ ਸਾਡੇ ਆਲੇ ਦੁਆਲੇ ਹੋਣਾ, ਸਾਡੇ ਇੰਨਾ ਹੀ ਮਤਲਬ ਆ ਕਿ ਅਸੀਂ ਸੈਂਸਿਟਿਵ ਹੁੰਦੇ ਹਾਂ ਕਿ ਇਹ ਕਿੰਨਾ ਮੁਸ਼ਕਲ ਕੰਮ ਆ, ਤੇ ਅਸੀਂ ਲਗਾਤਾਰ ਉਹਦੇ ਲਈ ਕਸ਼ਮਕਸ਼ ਕਰਦੇ ਹਾਂ।